ਦੋਸਤੋ ਤਾਂ ਅੱਜ ਦੀ ਇਸ ਵੀਡੀਓ 'ਚ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਜਮਾਤ 11ਵੀਂ ਦੇ ਪੰਜਾਬੀ ਵਿਸ਼ੇ ਦੇ ਸੁਹਾਗ। ਵੀਡੀਓ ਨੂੰ ਦੋਸਤੋ ਅੰਤ ਤੱਕ ਜ਼ਰੂਰ ਦੇਖਿਓ, ਤਾਂ ਹੀ ਦੋਸਤੋ ਤੁਸੀਂ ਸੁਹਾਗ ਨੇ ਜਿਹੜੇ ਉਹ ਪੂਰੇ ਕਰ ਸਕੋਗੇ। ਤਾਂ ਦੋਸਤੋ ਚਲੋ ਜੀ, ਬਿਨਾਂ ਟਾਈਮ ਵੇਸਟ ਕੀਤੇ ਅੱਜ ਦੀ ਇਸ ਵੀਡੀਓ ਨੂੰ ਆਪਾਂ ਕਰਦੇ ਹਾਂ ਸ਼ੁਰੂ। ਦੋਸਤੋ ਆਪਣਾ ਜਿਹੜਾ ਪਹਿਲਾ ਸੁਹਾਗ ਹੈਗਾ ਉਹ ਹੈਗਾ ਆਪਣਾ ਚੜ੍ਹ ਚੁਬਾਰੇ ਸੁੱਤਿਆ। ਦੋਸਤੋ ਪਹਿਲਾ ਕੁਐਸਚਨ ਹੈਗਾ, ਚੜ੍ਹ ਚੁਬਾਰੇ ਸੁੱਤਿਆ ਸੁਹਾਗ ਵਿੱਚ ਧੀ ਕੀ ਕਹਿੰਦੀ ਹੈ ਤੇ ਕਿਉਂ? ਇਸ ਦਾ ਦੋਸਤੋ ਆਨਸਰ ਹੈਗਾ, ਚੜ੍ਹ ਚੁਬਾਰੇ ਸੁੱਤਿਆ ਸੁਹਾਗ ਵਿੱਚ ਧੀ ਦੇ ਜਵਾਨ ਹੋਣ ਦੀ ਅਵਸਥਾ ਦਾ ਸੁਹਾਗ ਹੈ। ਧੀ ਦੀ ਉਮਰ ਵਿਆਹ ਕਰਵਾਉਣ ਦੇ ਨੇੜੇ ਹੋ ਗਈ ਹੈ। ਉਸ ਦੇ ਨਾਲ ਦੀਆਂ ਸਾਰੀਆਂ ਕੁੜੀਆਂ ਵਿਆਹੀਆਂ ਜਾ ਚੁੱਕੀਆਂ ਹਨ। ਧੀ ਦੇ ਮਨ ਵਿੱਚ ਵਿਆਹ ਕਰਵਾਉਣ ਦਾ ਬੜਾ ਚਾਅ ਹੈ। ਇਸ ਲਈ ਧੀ ਆਪਣੇ ਬਾਬਲ ਨੂੰ ਕਹਿੰਦੀ ਹੈ ਕਿ ਹੁਣ ਮੈਂ ਜਵਾਨ ਹੋ ਗਈ ਹਾਂ, ਪਰ ਤੂੰ ਆਪਣੀਆਂ ਜ਼ਿੰਮੇਵਾਰੀਆਂ ਤੋਂ ਬੇਫਿਕਰ ਹੋ ਕੇ ਜੀ ਰਿਹਾ ਹੈ। ਧੀ ਆਪਣੇ ਬਾਬਲ ਅਤੇ ਚਾਚੇ ਨੂੰ ਆਪਣੀ ਜਵਾਨੀ ਨੂੰ ਸਮੱਸਿਆ ਦੇ ਰੂਪ ਵਿੱਚ ਦੱਸਦੀ ਹੋਈ ਕਹਿੰਦੀ ਹੈ ਕਿ ਲੋਕ ਉਸ ਦੇ ਰੂਪ ਨੂੰ ਗੰਦੀ ਨਜ਼ਰ ਨਾਲ ਵੇਖਦੇ ਹਨ ਅਤੇ ਰੂਪ ਨੂੰ ਮੈਲ ਵਾਂਗ ਝਾੜਿਆ ਵੀ ਨਹੀਂ ਜਾ ਸਕਦਾ, ਇਸ ਲਈ ਉਹ ਉਸ ਦਾ ਵਿਆਹ ਜਲਦੀ ਕਰ ਦੇਵੇ। ਧੀ ਆਪਣੀ ਮਾਂ ਅਤੇ ਚਾਚੀ ਨੂੰ ਸੰਬੋਧਨ ਕਰਦੀ ਹੋਈ ਕਹਿੰਦੀ ਹੈ ਕਿ ਉਹ ਪਿਓ ਅਤੇ ਚਾਚੇ ਨੂੰ ਉਸ ਦਾ ਵਿਆਹ ਕਰਨ ਲਈ ਸਮਝਾਉਣ। ਦੋਸਤੋ ਤਿਆਰੀ 2 ਦਿਨਾਂ 'ਚ ਨਹੀਂ ਹੋ ਸਕਦੀ, ਕਿਉਂਕਿ ਆਪਾਂ ਨੂੰ ਪਤਾ ਹੀ ਹੈ ਕਿ ਸੋਮਵਾਰ ਨੂੰ ਆਪਣਾ ਪੰਜਾਬ ਬੋਰਡ ਵੱਲੋਂ ਪੇਪਰ ਸਟਾਰਟ ਆ, ਪ੍ਰੀ ਬੋਰਡ। ਇਸ ਲਈ ਦੋਸਤੋ 2 ਦਿਨਾਂ 'ਚ ਤਿਆਰੀ ਨਹੀਂ ਹੋ ਸਕਦੀ। ਮੈਂ ਕੋਸ਼ਿਸ਼ ਕਰੂੰਗਾ ਕਿ ਆਪਾਂ ਫਾਈਨਲ ਪੇਪਰਾਂ ਤੱਕ ਇਸ ਦੀ ਪੂਰੀ ਚੰਗੀ ਤਰ੍ਹਾਂ ਤਿਆਰੀ ਕਰ ਲਈਏ। ਦੋਸਤੋ ਇੱਕ ਮੈਂ ਤੁਹਾਨੂੰ ਨਾਲ ਇੰਗਲਿਸ਼ ਵੀ ਕਰਵਾਇਆ ਕਰੂੰਗਾ +1 ਦੀ, ਜੇ ਹੋ ਸਕੇ ਤਾਂ ਆਪਾਂ 10ਵੀਂ ਦੀ ਵੀ ਇੰਗਲਿਸ਼ ਸ਼ੁਰੂ ਕਰਾਂਗੇ। ਦੂਸਰਾ ਦੋਸਤੋ ਆਪਣੇ ਲਈ ਕੁਐਸਚਨ ਆ ਜਾਂਦਾ, ਚੜ੍ਹ ਚੁਬਾਰੇ ਸੁੱਤਿਆ ਸੁਹਾਗ ਵਿੱਚ ਧੀ ਕਿਹਨੂੰ ਕਿਹਨੂੰ ਸੰਬੋਧਨ ਕਰਦੀ ਹੈ? ਚੜ੍ਹ ਚੁਬਾਰੇ ਸੁੱਤਿਆ ਸੁਹਾਗ ਵਿੱਚ ਧੀ ਆਪਣੇ ਮਾਪਿਆਂ ਨੂੰ ਆਪਣੇ ਵਿਆਹ ਸੰਬੰਧੀ ਸੰਬੋਧਨ ਕਰਦੀ ਹੈ। ਸਭ ਤੋਂ ਪਹਿਲਾਂ ਧੀ ਆਪਣੇ ਮਾਤਾ ਪਿਤਾ ਨੂੰ ਸੰਬੋਧਨ ਕਰਦੀ ਹੋਈ ਵਿਆਹ ਲਈ ਸੁਚੇਤ ਕਰਦੀ ਹੈ। ਪੰਜਾਬੀ ਸੱਭਿਆਚਾਰ ਵਿੱਚ ਧੀ ਨੂੰ ਵਿਆਹੁਣ ਦੀ ਜ਼ਿੰਮੇਵਾਰੀ ਇਕੱਲੀ ਮਾਪਿਆਂ ਦੀ ਨਹੀਂ ਹੁੰਦੀ। ਇਸ ਵਿੱਚ ਧੀ ਦੇ ਚਾਚੇ ਤਾਇਆਂ ਦੀ ਸਲਾਹ ਵੀ ਲਈ ਜਾਂਦੀ ਹੈ। ਇਸ ਲਈ ਧੀ ਆਪਣੇ ਮਾਤਾ ਪਿਤਾ ਤੋਂ ਬਾਅਦ ਆਪਣੇ ਚਾਚਾ ਚਾਚੀ ਨੂੰ ਵਿਆਹ ਲਈ ਕਹਿੰਦੀ ਹੈ। ਤੀਸਰਾ ਕੁਐਸਚਨ ਦੋਸਤੋ ਆਪਣੇ ਲਈ ਆਉਂਦਾ, ਚੜ੍ਹ ਚੁਬਾਰੇ ਸੁੱਤਿਆ ਸੁਹਾਗ ਵਿੱਚ ਭਾਬੋ ਦੇ ਮਨ ਵਿੱਚ ਕੀ ਚਾਹ ਹੁੰਦਾ ਹੈ? ਚੜ੍ਹ ਚੁਬਾਰੇ ਸੁੱਤਿਆ ਸੁਹਾਗ ਵਿੱਚ ਭਾਬੋ ਦੇ ਮਨ ਵਿੱਚ ਨਨਾਣ ਦੇ ਵਿਆਹ ਲਈ ਬੜਾ ਚਾਅ ਹੁੰਦਾ ਹੈ, ਕਿਉਂਕਿ ਨਨਾਣ ਦੇ ਵਿਆਹ ਦੇ ਮੌਕੇ 'ਤੇ ਭਾਬੋ ਨੂੰ ਨਵੇਂ ਕੱਪੜੇ ਗਹਿਣੇ ਪਾਉਣ ਲਈ ਮਿਲਦੇ ਹਨ ਅਤੇ ਨਨਾਣ ਦੇ ਸਹੁਰੇ ਘਰ ਚਲੇ ਜਾਣ ਕਾਰਨ ਉਸ ਦੀ ਦਖਲ ਅੰਦਾਜ਼ੀ ਘੱਟ ਜਾਵੇਗੀ ਅਤੇ ਉਸ ਦੀ ਪੁੱਛ-ਗਿੱਛ ਵੱਧ ਜਾਵੇਗੀ। ਜਿਸ ਨਾਲ ਆਪਾਂ ਲਿਖ ਸਕਦੇ ਹਾਂ, ਉਸ ਦੀ ਦਖਲ ਅੰਦਾਜ਼ੀ ਘੱਟ ਜਾਂਦੀ ਹੈ ਅਤੇ ਉਸ ਦੀ ਪੁੱਛ-ਗਿੱਛ ਵੱਧ ਜਾਂਦੀ ਹੈ। ਦੋਸਤੋ ਤਾਂ ਇਸ ਤੋਂ ਬਾਅਦ ਆਪਣੇ ਲਈ ਦੂਸਰਾ ਸੁਹਾਗ ਆਉਂਦਾ, ਬੇਟੀ ਚੰਨਣ ਦੇ ਓਲੇ। ਬੇਟੀ ਚੰਨਣ ਦੇ ਓਲੇ ਲੋਕ ਗੀਤ ਵਿੱਚ ਆਪਣੇ ਲਈ ਕਿਹੋ ਜਿਹਾ ਵਰ ਚਾਹੁੰਦੀ ਹੈ? ਬੇਟੀ ਚੰਨਣ ਦੇ ਓਲੇ ਲੋਕ ਗੀਤ ਵਿੱਚ ਆਪਣੇ ਲਈ ਅਜਿਹਾ ਵਰ ਚਾਹੁੰਦੀ ਹੈ ਜਿਸ ਵਰਗਾ ਇਸ ਦੁਨੀਆ ਵਿੱਚ ਕੋਈ ਨਾ ਹੋਵੇ। ਜਿਵੇਂ ਤਾਰਿਆਂ ਵਿੱਚੋਂ ਸਭ ਤੋਂ ਸੋਹਣਾ ਚੰਦ ਹੁੰਦਾ ਹੈ, ਪਰ ਉਹ ਚੰਨ ਤੋਂ ਵੀ ਸੋਹਣਾ ਕ੍ਰਿਸ਼ਨ ਕਨ੍ਹਈਏ ਵਰਗਾ ਵਰ ਚਾਹੁੰਦੀ ਹੈ। ਇਸ ਲਈ ਉਹ ਆਪਣੇ ਪਿਤਾ ਅਤੇ ਮਾਮੇ ਤੋਂ ਅਜਿਹਾ ਸੋਹਣਾ ਵਰ ਲੱਭ ਕੇ ਦੇਣ ਦੀ ਇੱਛਾ ਪ੍ਰਗਟ ਕਰਦੀ ਹੋਈ ਆਪਣੇ ਮਨ ਦੇ ਭਾਵ ਦੱਸਦੀ ਹੈ। ਦੂਸਰਾ ਆਪਣੇ ਲਈ ਕੁਐਸਚਨ ਆ ਜਾਂਦਾ, ਬੇਟੀ ਚੰਨਣ ਦੇ ਓਲੇ ਲੋਕ ਗੀਤ ਵਿੱਚ ਕਿਸ ਵਿਸ਼ੇ ਅਤੇ ਕਿਹੜੀਆਂ 2 ਧਿਰਾਂ ਵਿਚਕਾਰ ਵਾਰਤਾਲਾਪ ਹੁੰਦੀ ਹੈ? ਇਸ ਦਾ ਦੋਸਤੋ ਆ ਜਾਂਦਾ, ਬੇਟੀ ਚੰਨਣ ਦੇ ਓਲੇ ਲੋਕ ਗੀਤ ਵਿੱਚ ਧੀ ਦੀ ਆਪਣੇ ਪਿਤਾ ਅਤੇ ਮਾਮੇ ਨਾਲ ਵਾਰਤਾਲਾਪ ਹੁੰਦੀ ਹੈ। ਇਹ ਉਸ ਸਮੇਂ ਦਾ ਸੁਹਾਗ ਹੈ ਜਦੋਂ ਧੀ ਦੇ ਜਵਾਨ ਹੋਣ 'ਤੇ ਉਸ ਦੇ ਮਾਪੇ ਉਸ ਲਈ ਵਰ ਲੱਭਣ ਦੀ ਕੋਸ਼ਿਸ਼ ਕਰਦੇ ਹਨ। ਧੀ ਇਸ ਸਮੇਂ ਆਪਣੇ ਪਿਤਾ ਅਤੇ ਮਾਮੇ ਨੂੰ ਆਪਣੀ ਪਸੰਦ ਅਨੁਸਾਰ ਵਰ ਦੁਨੀਆ ਵਿੱਚੋਂ ਸਭ ਤੋਂ ਸੋਹਣਾ, ਜਿਵੇਂ ਤਾਰਿਆਂ ਵਿੱਚੋਂ ਚੰਨ ਅਤੇ ਕ੍ਰਿਸ਼ਨ ਕਨ੍ਹਈਏ ਵਰਗਾ ਵਰ ਲੱਭਣ ਦੀ ਮੰਗ ਕਰਦੀ ਹੈ। ਉਸ ਤੋਂ ਬਾਅਦ ਆਪਣੇ ਲਈ ਤੀਸਰਾ ਕੁਐਸਚਨ ਆ ਜਾਂਦਾ, ਬੇਟੀ ਚੰਨਣ ਦੇ ਓਲੇ ਲੋਕ ਗੀਤ ਵਿੱਚ ਧੀ ਚੰਦਨ ਦਾ ਓਲਾ ਕਿਉਂ ਤਕਾਉਂਦੀ ਹੈ? ਪੰਜਾਬੀ ਸਮਾਜ ਵਿੱਚ ਧੀ ਦਾ ਆਪਣੇ ਬਾਬਲ ਨਾਲ ਅਜਿਹਾ ਰਿਸ਼ਤਾ ਹੁੰਦਾ ਹੈ ਜਿਸ ਨਾਲ ਉਹ ਆਪਣੇ ਨਿਸੰਗ ਆਪਣੇ ਵਿਆਹ ਦੀ ਗੱਲ ਨਹੀਂ ਕਰ ਸਕਦੀ। ਉਸ ਨੂੰ ਆਪਣੇ ਪਿਤਾ ਅਤੇ ਮਾਮੇ ਨਾਲ ਆਪਣੇ ਵਿਆਹ ਬਾਰੇ ਗੱਲ ਕਰਦੇ ਹੋਏ ਸ਼ਰਮ ਅਤੇ ਝਿਜਕ ਮਹਿਸੂਸ ਹੁੰਦੀ ਹੈ। ਇਸ ਲਈ
ਧੀ ਆਪਣੇ ਪਿਤਾ ਅਤੇ ਮਾਮੇ ਨਾਲ ਵਿਆਹ ਬਾਰੇ ਗੱਲ ਕਰਦੇ ਹੋਏ ਚੰਨਣ ਦਾ ਓਹਲਾ ਟਕਾਉਂਦੀ ਹੈ। ਤਾਂ ਆਪਣੇ ਲਈ ਤੀਸਰਾ ਸੁਹਾਗ ਹੈਗਾ ਦਈ ਦਈ ਵੇ ਬਾਬਲਾ। ਦਈ ਦਈ ਵੇ ਬਾਬਲਾ ਨਾਂ ਦੇ ਸੁਹਾਗ ਵਿੱਚ ਇੱਕ ਕੁੜੀ ਕਿਹੋ ਜਿਹਾ ਸੱਸ ਸਹੁਰਾ ਚਾਹੁੰਦੀ ਹੈ। ਧੀ ਆਪਣੇ ਸੱਸ ਸਹੁਰੇ ਦੇ ਗੁਣਾਂ ਬਾਰੇ ਦੱਸਦੀ ਹੋਈ ਆਪਣੇ ਪਿਓ ਨੂੰ ਕਹਿੰਦੀ ਹੈ ਕਿ ਹੇ ਬਾਬਲਾ, ਮੇਰਾ ਇਹੋ ਜਿਹੇ ਘਰ ਵਿੱਚ ਵਿਆਹ ਕਰੀਂ ਜਿੱਥੇ ਮੇਰੀ ਸੱਸ ਪ੍ਰਧਾਨ ਹੋਵੇ ਅਤੇ ਉਸਨੂੰ ਸਾਰੇ ਕੰਮਾਂ ਬਾਰੇ ਪੂਰੀ ਜਾਣਕਾਰੀ ਹੋਵੇ, ਅਤੇ ਜੇ ਉਹ ਆਪਣੀ ਸੱਸ ਸਾਹਮਣੇ ਪੀੜਾ ਡਾਹ ਕੇ ਵੀ ਬੈਠੇ ਤਾਂ ਵੀ ਉਹ ਬੁਰਾ ਨਾ ਮਨਾਵੇ। ਉਹ ਵਿਆਹ ਤੋਂ ਬਾਅਦ ਅਜਿਹਾ ਸਹੁਰਾ ਚਾਹੁੰਦੀ ਹੈ ਜੋ ਇਲਾਕੇ ਦਾ ਬਹੁਤ ਵੱਡਾ ਸਰਦਾਰ ਹੋਵੇ। ਧੀ ਚਾਹੁੰਦੀ ਹੈ ਕਿ ਉਸਦਾ ਇੱਕ ਸੰਯੁਕਤ ਪਰਿਵਾਰ ਵਿੱਚ ਵਿਆਹ ਹੋਵੇ ਅਤੇ ਉਸਨੂੰ ਇੱਕ ਤੋਂ ਬਾਅਦ ਇੱਕ ਮਿਲਣ ਲਈ ਆਉਣ। ਉਹ ਕਹਿੰਦੀ ਹੈ ਕਿ ਜੇ ਉਸਦਾ ਪਿਓ ਉਸਦਾ ਵਿਆਹ ਅਜਿਹੇ ਘਰ ਵਿੱਚ ਕਰਦਾ ਹੈ ਤਾਂ ਉਸਦਾ ਬਹੁਤ ਪੁੰਨ ਹੋਵੇਗਾ ਅਤੇ ਰਿਸ਼ਤੇਦਾਰਾਂ ਵਿੱਚ ਵੀ ਉਸਦੀ ਵਡਿਆਈ ਹੋਵੇਗੀ। ਉਸ ਤੋਂ ਬਾਅਦ ਆਪਣੇ ਲਈ ਦੂਸਰਾ ਕੁਐਸਚਨ ਆ ਜਾਂਦਾ ਦਈ ਦਈ ਵੇ ਬਾਬਲਾ ਸੁਹਾਗ ਵਿੱਚ ਕੁੜੀ ਦੀ ਇੱਕ ਖੁਸ਼ਹਾਲ ਘਰ ਬਾਰੇ ਕੀ ਕਲਪਨਾ ਹੈ। ਇਸ ਸੁਹਾਗ ਵਿੱਚ ਧੀ ਇੱਕ ਖੁਸ਼ਹਾਲ ਘਰ ਬਾਰੇ ਕਲਪਨਾ ਕਰਦੀ ਹੈ ਜਿੱਥੇ ਉਸਦੀ ਸੱਸ ਮੰਨੀ ਹੋਈ ਪ੍ਰਧਾਨ ਹੋਵੇ, ਉਸਨੂੰ ਸਾਰੇ ਕੰਮ ਆਪ ਕਰਨੇ ਆਉਂਦੇ ਹੋਣ, ਉਸਦੀ ਘਰ ਦੇ ਕੰਮਾਂ ਵਿੱਚ ਪੁੱਛ ਗਿੱਛ ਹੋਵੇ ਅਤੇ ਉਹ ਯਾਨੀ ਕਿ ਧੀ ਨੂੰ ਵੇਖ ਕੇ ਮੱਥੇ 'ਤੇ ਵੱਟ ਨਾ ਪਾਵੇ। ਉਸਦੀ ਬਾਹਰੀ ਸਮਾਜ ਵਿੱਚ ਇੱਜ਼ਤ ਹੋਵੇ ਜਿੱਥੇ ਉਸਨੂੰ ਇੱਕ ਤੋਂ ਬਾਅਦ ਇੱਕ ਵਿਆਹ ਆਉਣ 'ਤੇ ਉਸਦੇ ਸਹੁਰੇ ਘਰ ਵਿੱਚ ਇੰਨੀਆਂ ਮੱਝਾਂ ਹੋਣੀਆਂ ਚਾਹੀਦੀਆਂ ਹਨ ਕਿ ਘਰ ਵਿੱਚ ਅੰਨ ਦੀ ਜਗ੍ਹਾ 'ਤੇ ਆਊਗਾ ਦੁੱਧ ਦੀ ਕਮੀ ਕਦੇ ਨਾ ਹੋਵੇ। ਧੀ ਚਾਹੁੰਦੀ ਹੈ ਕਿ ਵਿਆਹ ਤੋਂ ਬਾਅਦ ਉਸਨੂੰ ਪਹਿਨਣ ਲਈ ਇੰਨੇ ਕੱਪੜੇ ਮਿਲਣ ਕਿ ਜਿਨ੍ਹਾਂ ਨੂੰ ਪਹਿਨਣ ਦਾ ਸਮਾਂ ਵੀ ਉਸ ਕੋਲ ਨਾ ਹੋਵੇ, ਅਤੇ ਉਸ ਕੋਲ ਆਪਣੀ ਇੱਛਾ ਅਨੁਸਾਰ ਗਹਿਣੇ ਪਾਉਣ ਦੀ ਖੁੱਲ੍ਹ ਹੋਵੇ। ਉਹ ਅਜਿਹਾ ਘਰ ਚਾਹੁੰਦੀ ਹੈ ਜਿਸ ਦਾ ਸਮਾਜ ਵਿੱਚ ਉੱਚਾ ਅਹੁਦਾ ਹੋਵੇ ਅਤੇ ਜੋ ਆਰਥਿਕ ਤੌਰ 'ਤੇ ਖੁਸ਼ਹਾਲ ਹੋਵੇ। ਉਸ ਤੋਂ ਬਾਅਦ ਆਪਣੇ ਲਈ ਤੀਸਰਾ ਕੁਐਸਚਨ ਆ ਜਾਂਦਾ, ਲਾਸਟ ਕੁਐਸਚਨ ਹੈ ਦਈ ਦਈ ਵੇ ਬਾਬਲਾ ਲੋਕ ਗੀਤ ਵਿੱਚ ਧੀ ਹੇਠ ਲਿਖੀ ਤੁਕ ਮੁੜ ਮੁੜ ਸੰਬੋਧਨ ਕਿਉਂ ਕਰਦੀ ਹੈ। ਤੇਰਾ ਹੋਵੇਗਾ ਵੱਛੜਾ ਜੱਸ ਬਾਬਲ ਤੇਰਾ ਪੁੰਨ ਹੋਵੇ। ਵੀ ਇਹ ਤੁਕ ਨੂੰ ਮੁੜ ਮੁੜ ਸੰਬੋਧਨ ਕਾਹਤੋਂ ਕਰਦੀ ਹੈ। ਉਸਦਾ ਦੋਸਤੋ ਆਪਣੇ ਲਈ ਆਨਸਰ ਹੈਗਾ ਭਾਰਤੀ ਸੱਭਿਆਚਾਰ ਵਿੱਚ ਧੀ ਦਾ ਵਿਆਹ ਕਰਨਾ ਇੱਕ ਬਹੁਤ ਵੱਡਾ ਪੁੰਨ ਸਮਝਿਆ ਜਾਂਦਾ ਹੈ। ਪਿਓ ਦਾ ਕੀਤਾ ਦਾਨ ਤਾਂ ਹੀ ਸਫਲ ਹੁੰਦਾ ਹੈ ਜੇਕਰ ਧੀ ਚੰਗੇ ਘਰ ਵਿੱਚ ਜਾਵੇਗੀ। ਇਸ ਕਰਕੇ ਧੀ ਆਪਣੇ ਬਾਬਲ ਨੂੰ ਉਸਦੇ ਫਰਜ਼ ਯਾਦ ਕਰਵਾਉਂਦੀ ਹੋਈ ਇੱਕ ਸੰਪੰਨ ਸਹੁਰੇ ਘਰ ਦੀ ਮੰਗ ਕਰਦੀ ਹੋਈ ਕਹਿੰਦੀ ਹੈ ਕਿ ਜੇ ਉਸਦਾ ਵਿਆਹ ਉਹ ਇੱਕ ਖੁਸ਼ਹਾਲ ਘਰ ਵਿੱਚ ਕਰਦਾ ਹੈ ਤਾਂ ਉਸਦੀ ਰਿਸ਼ਤੇਦਾਰਾਂ ਅਤੇ ਆਲੇ ਦੁਆਲੇ ਵਿੱਚ ਬਹੁਤ ਵੱਡੀ ਵਡਿਆਈ ਹੋਵੇਗੀ ਅਤੇ ਉਸਦੇ ਦੁਆਰਾ ਕੀਤੇ ਗਏ ਪੁੰਨ ਕਾਰਜਾਂ ਵਿੱਚ ਵੀ ਵਾਧਾ ਹੋਵੇਗਾ। ਦੋਸਤੋ ਤਾਂ ਆਪਣੇ ਲਈ ਹੁਣ ਚੌਥਾ ਸੁਹਾਗ ਆਉਂਦਾ ਜਿਹੜਾ ਕਿ ਹੈਗਾ ਅੱਸੂ ਦਾ ਕਾਰਜ ਰਚਾ। ਅੱਸੂ ਦਾ ਕਾਰਜ ਰਚਾ ਲੋਕ ਗੀਤ ਵਿੱਚ ਅੱਸੂ ਦੇ ਮਹੀਨੇ 'ਤੇ ਜ਼ੋਰ ਕਿਉਂ ਦਿੱਤਾ ਗਿਆ ਹੈ। ਇਸ ਸੁਹਾਗ ਵਿੱਚ ਧੀ ਆਪਣੇ ਪਿਓ ਨੂੰ ਸੰਬੋਧਨ ਕਰਦੀ ਹੋਈ ਕਹਿੰਦੀ ਹੈ ਕਿ ਉਸਦਾ ਪਿਤਾ ਹੁਣ ਉਸਦਾ ਵਿਆਹ ਕਰ ਦੇਵੇ ਕਿਉਂਕਿ ਹੁਣ ਅੱਸੂ ਦਾ ਮਹੀਨਾ ਚੜ੍ਹ ਗਿਆ ਹੈ। ਇਸ ਮਹੀਨੇ ਵਿੱਚ ਨਾ ਤਾਂ ਜ਼ਿਆਦਾ ਗਰਮੀ ਹੁੰਦੀ ਹੈ ਅਤੇ ਨਾ ਹੀ ਜ਼ਿਆਦਾ ਠੰਡ ਹੁੰਦੀ ਹੈ। ਇਸ ਮਹੀਨੇ ਵਿੱਚ ਮੌਸਮ ਬਹੁਤ ਸੁਹਾਵਣਾ ਹੁੰਦਾ ਹੈ। ਸਾਰਿਆਂ ਵਿੱਚ ਇਸ ਮਹੀਨੇ ਨੂੰ ਲੈ ਕੇ ਬੜਾ ਚਾਅ ਹੁੰਦਾ ਹੈ। ਇਸ ਮਹੀਨੇ ਦੌਰਾਨ ਨਾ ਤਾਂ ਦੁੱਧ ਦਹੀਂ ਖਰਾਬ ਹੁੰਦੇ ਹਨ ਅਤੇ ਨਾ ਹੀ ਸਬਜ਼ੀਆਂ ਆਦਿ। ਇਸ ਤਰ੍ਹਾਂ ਵਿਆਹ ਬਹੁਤ ਵਧੀਆ ਹੁੰਦਾ ਹੈ। ਆਪਣੇ ਲਈ ਦੂਸਰਾ ਕੁਐਸਚਨ ਹੈਗਾ ਅੱਸੂ ਦਾ ਕਾਰਜ ਰਚਾ ਵਿੱਚ ਅੰਨ ਦਹੀਂ ਦਾ ਜ਼ਿਕਰ ਕਿਸ ਪ੍ਰਸੰਗ ਵਿੱਚ ਹੈ। ਆਮ ਤੌਰ 'ਤੇ ਜ਼ਿਆਦਾ ਗਰਮੀ ਪੈਣ ਤੋਂ ਬਾਅਦ ਜਦੋਂ ਅੱਸੂ ਦਾ ਮਹੀਨਾ ਚੜ੍ਹਦਾ ਹੈ ਤਾਂ ਉਸ ਸਮੇਂ ਜ਼ਿਆਦਾ ਵਿਆਹ ਹੁੰਦੇ ਹਨ ਕਿਉਂਕਿ ਉਸ ਸਮੇਂ ਮੌਸਮ ਵੀ ਬਹੁਤ ਸੁਹਾਵਣਾ ਹੁੰਦਾ ਹੈ ਅਤੇ ਖਾਣੇ ਦੇ ਵਿਆਹ ਦੌਰਾਨ ਖਰਾਬ ਹੋਣ ਦਾ ਵੀ ਖਤਰਾ ਬਹੁਤ ਘੱਟ ਹੁੰਦਾ ਹੈ। ਇਸ ਲਈ ਇਹਨਾਂ ਸਤਰਾਂ ਵਿੱਚ ਵਿਆਖਿਆ ਕੀਤੀ ਗਈ ਹੈ ਕਿ ਜੇ ਧੀ ਚਾਹੁੰਦੀ ਹੈ ਕਿ ਉਸਦਾ ਵਿਆਹ ਅੱਸੂ ਦੇ ਮਹੀਨੇ ਵਿੱਚ ਰੱਖਿਆ ਜਾਵੇ ਤਾਂ ਕਿ ਖਾਣੇ ਦੇ ਖਰਾਬ ਹੋਣ ਦਾ ਡਰ ਨਾ ਹੋਵੇ। ਇਸ ਮਹੀਨੇ ਨਾ ਤਾਂ ਦੁੱਧ ਦਹੀਂ ਖਰਾਬ ਹੁੰਦੇ ਹਨ। ਦੋਸਤੋ ਇਸ ਤੋਂ ਬਾਅਦ ਆਪਾਂ 2 ਕੁਐਸਚਨ ਸੀ ਇਸਦੇ
ਦੋਸਤੋ ਇਸ ਸੁਹਾਗ ਦੇ 2 ਕੁਐਸਚਨ ਸੀ। ਉਸ ਤੋਂ ਬਾਅਦ ਆਪਾਂ ਚੱਲਦੇ ਹਾਂ 5ਵੇਂ ਸੁਹਾਗ ਵੱਲ। ਦੋਸਤੋ ਆਪਣਾ 5ਵਾਂ ਸੁਹਾਗ ਹੈਗਾ ਹਰੀਏ ਨੀ ਰਸ ਭਰੀਏ ਖਜੂਰੇ। ਇਸ ਦਾ ਪਹਿਲਾ ਕੁਐਸਚਨ ਹੈਗਾ ਹਰੀਏ ਨੀ ਰਸ ਭਰੀਏ ਖਜੂਰੇ ਲੋਕ ਗੀਤ ਵਿੱਚ ਹਰੀ ਰਸ ਭਰੀ ਖਜੂਰ ਕਿਸ ਨੂੰ ਕਿਹਾ ਗਿਆ ਹੈ? ਉਪਰੋਕਤ ਲੋਕ ਗੀਤ ਵਿੱਚ ਹਰੀ ਰਸ ਭਰੀ ਖਜੂਰ ਨਵ ਵਿਆਹੀ ਮੁਟਿਆਰ ਨੂੰ ਕਿਹਾ ਗਿਆ ਹੈ, ਜਿਸ ਦਾ ਕਿ ਵਿਆਹ ਉਸਦੇ ਪੇਕੇ ਘਰ ਤੋਂ ਬਹੁਤ ਦੂਰ ਹੋਇਆ ਹੈ। ਇਸ ਲਈ ਉਸਨੇ ਆਪਣੇ ਬਰਾਬਰ ਦੇ ਰਾਜੇ ਦੇ ਘਰ ਮੈਨੂੰ ਵਿਆਹ ਦਿੱਤਾ ਹੈ। ਮਾਤਾ ਉਸਦੀ ਮਹਿਲਾਂ ਦੀ ਰਾਣੀ ਹੈ, ਕਿਉਂਕਿ ਉਸਨੇ ਉਸਦੇ ਦਾਜ ਵਿੱਚ ਕੋਈ ਵੀ ਕਮੀ ਨਹੀਂ ਛੱਡੀ ਹੈ। ਫਿਰ ਉਹ ਕਹਿੰਦੀ ਹੈ ਕਿ ਉਸਦੀ ਚਾਚੀ ਮਾਮੀ ਵੀ ਮਹਿਲਾਂ ਦੀਆਂ ਰਾਣੀਆਂ ਹਨ ਅਤੇ ਉਸਦੇ ਮਾਮੇ ਚਾਚੇ ਵੀ ਮਹਿਲਾਂ ਦੇ ਰਾਜੇ ਹਨ, ਜਿਨ੍ਹਾਂ ਨੇ ਉਸਦਾ ਵਿਆਹ ਇੰਨੀ ਦੂਰ ਕੀਤਾ ਹੈ। ਆਪਣੇ ਲਈ ਉਸ ਤੋਂ ਬਾਅਦ ਦੂਸਰਾ ਕੁਐਸਚਨ ਆਉਂਦਾ ਹਰੀਏ ਨੀ ਰਸ ਭਰੀਏ ਖਜੂਰੇ ਵਿੱਚ ਕੁੜੀ ਦੇ ਕਿਹੜੇ ਕਿਹੜੇ ਰਿਸ਼ਤੇਦਾਰਾਂ ਦਾ ਜ਼ਿਕਰ ਆਇਆ ਹੈ ਅਤੇ ਇਹਨਾਂ ਵਿੱਚ ਵਖਰੇਵੇਂ ਕਿਵੇਂ ਕੀਤੇ ਗਏ ਹਨ? ਉਪਰੋਕਤ ਲੋਕ ਗੀਤ ਵਿੱਚ ਕੁੜੀ ਦੇ ਕਈ ਰਿਸ਼ਤਿਆਂ ਦਾ ਵਰਣਨ ਆਇਆ ਹੈ, ਜਿਵੇਂ ਕਿ ਉਸਦੇ ਬਾਬਲ, ਮਾਂ, ਚਾਚੀ, ਚਾਚਾ, ਮਾਮਾ ਅਤੇ ਮਾਮੀ ਆਦਿ। ਇਸ ਲੋਕ ਗੀਤ ਵਿੱਚ ਧੀ ਦੂਰ ਵਿਆਹੇ ਜਾਣ ਦਾ ਦੁੱਖ ਪ੍ਰਗਟ ਕਰਦੀ ਹੈ ਅਤੇ ਕਹਿੰਦੀ ਹੈ ਕਿ ਉਸਦਾ ਬਾਬਲ ਤਾਂ ਦੇਸਾਂ ਦਾ ਰਾਜਾ ਹੈ, ਜਿਸ ਨੇ ਕਿ ਉਸਦਾ ਵਿਆਹ ਇੰਨੀ ਦੂਰ ਕੀਤਾ ਹੈ। ਜਾਣੀ ਕਿ ਧੀ ਆਪਣੇ ਬਾਬਲ ਨੂੰ ਤਾਨਾ ਮਾਰ ਰਹੀ ਹੈ। ਉਸਨੂੰ ਉਸਦੇ ਬਰਾਬਰ ਦਾ ਕੋਈ ਵੀ ਨੇੜੇ ਨਹੀਂ ਸੀ ਮਿਲਿਆ। ਉਸਨੇ ਚਾਚੇ ਅਤੇ ਮਾਮੇ ਵੀ ਇੰਜ ਹੀ ਮਹਿਲਾਂ ਦੇ ਰਾਜੇ ਹਨ। ਮੁਟਿਆਰ ਕਹਿੰਦੀ ਹੈ ਕਿ ਉਸਦੀ ਮਾਂ, ਚਾਚੀ ਅਤੇ ਮਾਮੀ ਸਾਰੀਆਂ ਹੀ ਮਹਿਲਾਂ ਦੀਆਂ ਰਾਣੀਆਂ ਹਨ, ਜਿਨ੍ਹਾਂ ਨੇ ਕਿ ਉਸਦੇ ਵਿਆਹ ਸਮੇਂ ਉਸਨੂੰ ਰੱਜ ਰੱਜ ਕੇ ਦਾਜ ਦਿੱਤਾ ਹੈ। ਉਸਦੇ ਦਾਜ ਵਿੱਚ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਸੀ ਛੱਡੀ। ਇਸ ਤਰ੍ਹਾਂ ਉਸਦੇ ਪਰਿਵਾਰ ਵਾਲੇ ਮਹਿਲਾਂ ਵਿੱਚ ਰਹਿੰਦੇ ਹਨ। ਉਸ ਤੋਂ ਬਾਅਦ ਆਪਣਾ ਲਾਸਟ ਕੁਐਸਚਨ ਆ ਤੀਜਾ, ਹਰੀਏ ਨੀ ਰਸ ਭਰੀਏ ਖਜੂਰੇ ਵਿੱਚ ਕੁੜੀ ਦੇ ਵਰਲਾਮ ਅਤੇ ਢੇਰ ਸਾਰੇ ਦਾਜ ਦਾ ਟਾਕਰਾ ਕਿਉਂ ਪ੍ਰਗਟ ਹੋਇਆ ਹੈ? ਉਪਰੋਕਤ ਲੋਕ ਗੀਤ ਵਿੱਚ ਕੁੜੀ ਦੇ ਮਨ ਵਿੱਚ ਵਰਲਾਪ ਅਤੇ ਢੇਰ ਸਾਰੇ ਦਾਜ ਦਾ ਟਾਕਰਾ ਇਸ ਲਈ ਉਪਜਦਾ ਹੈ ਕਿਉਂਕਿ ਪੁਰਾਣੇ ਸਮਿਆਂ ਵਿੱਚ ਕੁੜੀ ਦੇ ਵਿਆਹ ਸਮੇਂ ਬਹੁਤ ਸਾਰਾ ਦਾਜ ਦਿੱਤਾ ਜਾਂਦਾ ਸੀ। ਹਰੇਕ ਧੀ ਲਈ ਉਸਦਾ ਬਾਬਲ ਰਾਜਾ ਅਤੇ ਮਾਂ ਰਾਣੀ ਹੁੰਦੀ ਸੀ। ਇਸ ਸੁਹਾਗ ਵਿੱਚ ਇਹ ਦੱਸਿਆ ਗਿਆ ਹੈ ਕਿ ਖਾਂਦੇ ਪੀਂਦੇ ਘਰ ਦਾ ਮੁੰਡਾ ਨੇੜੇ ਨਹੀਂ ਲੱਭਦਾ, ਸਗੋਂ ਬਹੁਤ ਦੂਰ ਲੱਭਦਾ ਹੈ, ਪਰ ਫਿਰ ਵੀ ਉਹਨਾਂ ਨੂੰ ਮਜਬੂਰੀ ਕਾਰਨ ਆਪਣੀ ਧੀ ਦੇ ਭਲੇ ਲਈ ਆਪਣੀ ਧੀ ਨੂੰ ਘਰ ਤੋਂ ਬਹੁਤ ਦੂਰ ਵਿਆਹੁਣਾ ਪੈਂਦਾ ਹੈ। ਇਸ ਲਈ ਘਰ ਤੋਂ ਦੂਰ ਵਿਆਹੀ ਹੋਣ ਕਰਕੇ ਧੀ ਦੇ ਮਨ ਵਿੱਚ ਵਰਲਾਪ ਪ੍ਰਗਟ ਹੁੰਦੇ ਹਨ। ਧੀ ਵਿਆਹ ਵੇਲੇ ਉਸਦੇ ਪੇਕੇ ਵਾਲੇ ਬਹੁਤ ਸਾਰਾ ਦਾਜ ਦਿੰਦੇ ਹਨ।